जिन्ने ਸਮਗਲਰਸ ਹੈਗੇ ਨੇ, ਜਿੰਨੇ ਪੁਲਿਸ ਅਫਸਰ ਇਨਵੋਲਵ ਹੈਗੇ ਨੇ, ਜਿੰਨੇ ਪੋਲੀਟੀਸ਼ੀਅਨਸ ਹੈਗੇ ਨੇ, ਸਾਰਿਆਂ ਨੂੰ ਇੱਕ ਸਰੀਕੇ ਦੇ ਨਾਲ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਪਾਓ ਲਾਓ। ਔਰ ਲੋਕੀ ਚਾਹੇ ਮੈਨੂੰ ਨਾਇਕ ਸਮਝਣ ਚਾਹੇ ਖਲਨਾਇਕ ਸਮਝਣ, ਉਹਦੇ ਨਾਲ ਮੈਨੂੰ ਕੋਈ ਸਰੋਕਾਰ ਨਹੀਂ ਹੈ। ਦੇਖੋ ਗੱਲ ਇਹ ਹੈਗੀ, ਮੈਂ ਲਗਾਤਾਰ 2007 ਤੋਂ ਕਹਿੰਦਾ ਆ ਰਿਹਾ ਹੈਗਾ ਕਿ ਪੰਜਾਬ ਦੀ ਸਮੱਸਿਆ ਇਹ ਹੈਗੀ ਹੈ ਡਰੱਗਸ ਦੀ। ਇੱਥੇ ਇੱਕ ਤੇ ਡਰੱਗ ਸਮਗਲਰਸ ਹੈਗੇ, ਡਰੱਗਸ ਦੀ ਖੇਪਾਂ ਜਿਹੜੀ ਆਉਂਦੀਆਂ ਨੇ ਉਹਦੀ ਜਿਹੜੀ ਕੀਮਤ ਹੈਗੀ ਹੈ ਕਰੋੜਾਂ ਦੇ ਵਿੱਚ ਵੀ ਨਹੀਂ, ਕਈ 100 ਕਰੋੜਾਂ ਦੇ ਵਿਚਕਾਰ ਹੁੰਦੇ, ਜਿਹੜੇ ਕਿਸੇ ਨਾ ਕਿਸੇ ਨੇ ਤਾਂ ਪੈਸਾ ਲਾਇਆ ਸੀ ਉਸ ਨੂੰ ਖੇਪ ਨੂੰ ਲੈਣ ਲਈ। ਜਾਂ ਪੰਜਾਬ ਦੇ ਵਿੱਚ ਜਿਹੜੀ यूटी चंडीगढ़ ਅਤੇ ਹਰਿਆਣਾ ਨੂੰ ਵੀ ਭਾਗੀਦਾਰ ਬਣਾਇਆ ਸੀ, ਕਿਉਂਕਿ ਡਰੱਗਸ ਪੰਜਾਬ ਤੋਂ ਉੱਥੇ ਵੀ ਜਾ ਰਹੀਆਂ ਨੇ, ਉੱਥੋਂ ਇੱਥੇ ਵੀ ਆ ਰਹੀਆਂ ਨੇ। ਇਟਸ ਆਲ ਟੂ ਵੇ ਟ੍ਰੈਫਿਕ। ਨਹੀਂ ਸੋ ਇਹ ਗੱਲ ਕਲੀਅਰ ਹੈ ਕਿ ਤੁਹਾਨੂੰ ਜੇ ਤੁਸੀਂ ਇੱਕ ਲਿਸਟ ਦੇ ਵਿੱਚ ਖੋਲੀ, ਇੱਕ ਲਿਸਟ ਦੇ ਵਿੱਚ ABC ਨਾ ਹੈਗੇ ਨੇ। 2007 ਤੋਂ ਲੈ ਕੇ ਮੇਰੇ ਉੱਤੇ ਸਰਕਾਰ ਸੀ, ਨਈ ਸਰਕਾਰ ਸੀ, ਲਗਾਤਾਰ ਅਟੈਕ ਹੋਏ ਜੀ। ਸਰਕਾਰਾਂ ਦੇ ਹੁੰਦੇ ਹੋਏ ਮੇਰੀ ਸਿਕਿਉਰਿਟੀ ਵਿਦਡਰਾਅ ਹੋਈ, ਮੇਰੇ ਪਰਿਵਾਰ ਨੂੰ ਧਮਕਾਇਆ ਗਿਆ। ਤੁਹਾਨੂੰ ਪਤਾ ਹੋਏਗਾ ਲੁਧਿਆਣੇ ਦੇ ਵਿੱਚ ਮੇਰੇ ਖਿਲਾਫ ਪੋਸਟਰ ਲਾ ਦਿੱਤੇ ਗਏ ਸਨ ਕਿ ਮੈਂ ਕਿਹਦੇ ਨਾਲ ਮਿਲਿਆ, ਖਾਲਿਸਤਾਨੀਆਂ ਦੇ ਨਾਲ ਮਿਲਿਆ ਹੈਗਾ, ਕੀ ਨਹੀਂ ਮਿਲਿਆ ਹੈਗਾ। 10 ਵਰੇ ਆਈ ਵਾਸ ਰੈਡੀ ਕਿ ਜੇ ਮੈਨੂੰ ਇਸ ਤਰ੍ਹਾਂ ਦੇ ਕੋਈ ਹੈਰੈਸਮੈਂਟ ਜਿਹੜਾ ਕੰਟੀਨਿਊ ਚੱਲ ਰਿਹਾ ਹੁੰਦਾ ਹੈਗਾ, ਇਹਦੇ ਨਾਲ ਚੰਗਾ ਹੈਗਾ ਕਿ ਮੈਂ ਸੁਸਾਈਡ ਕਰ ਲਿਆ, ਮੈਂ ਪੋਇਜ਼ਨ ਲੈ ਲਿਆ, ਮੈਂ ਆਪਣੇ ਆਪ ਨੂੰ ਗੋਲੀ ਮਾਰ ਲਿਆ। ਲੋਕੀ ਜਿਹੜੇ ਸਨ ਵੱਡੇ ਵੱਡੇ ਭਗਤ ਸਿੰਘ ਸਨ ਪੰਜਾਬ ਦੇ, ਅੱਜ ਦੀ ਤਰੀਕ ਕਹਿੰਦੇ ਭਗਤ ਸਿੰਘ ਸਰ ਭਗਤ ਸਿੰਘ ਤੇ ਬਹੁਤ ਚੰਗੇ ਸੀ, ਪਰ ਮੇਰੇ ਘਰ 'ਚ ਨਾ ਪੈਦਾ ਹੋਏ, ਗੁਆਂਢ 'ਚ ਪੈਦਾ ਹੋ ਜਾਏ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਪੰਜਾਬ ਦਾ ਡਰੱਗ ਕੇਸ ਇੱਕ ਵਾਰ ਫੇਰ ਚਰਚਾ 'ਚ ਹੈ। ਹਾਲੇ ਪਿਛਲੇ ਹਫ਼ਤੇ ਹੀ ਲਗਾਤਾਰ ਉੱਪਰੋਂ ਥੱਲੇ 2 ਸੁਣਵਾਈਆਂ ਹੋ ਕੇ ਹਟੀਆਂ ਨੇ। ਉਮੀਦ ਕੀਤੀ ਜਾ ਰਹੀ ਸੀ ਕਿ ਇਹਨਾਂ ਸੁਣਵਾਈਆਂ ਦੌਰਾਨ STF ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਉਂਦਿਆਂ ਹੀ ਬਣਾਈ ਸੀ, ਉਸ ਵੱਲੋਂ ਕਰੀਬ 3 ਸਾਲ ਪਹਿਲਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ ਆਪਣੀ ਵਿਸ਼ੇਸ਼ ਰਿਪੋਰਟ ਜਿਹੜੀ ਕਿ ਸੀਲਡ ਕਵਰ ਪਈ ਹੈ, ਉਸ ਨੂੰ ਖੋਲ੍ਹਿਆ ਜਾਏਗਾ। ਪਰ ਜਿਹੜੀ ਸੁਣਵਾਈ ਆਖਰੀ ਹੋਈ ਹੈ ਉਸ ਦਿਨ 14 ਤਰੀਕ ਨੂੰ, ਉਸ ਦਿਨ ਜੋ ਇਸ ਕੇਸ ਦਾ ਮੁੱਢ ਬੰਨਣ ਵਾਲੇ ਸੀ, ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ, ਉਹ ਸੀਗੇ ਸਾਬਕਾ IPS ਸ਼ਸ਼ੀਕਾਂਤ। ਉਹਨਾਂ ਵੱਲੋਂ ਪੇਸ਼ ਹੋਏ ਵਕੀਲ ਸਾਹਿਬ ਨੇ ਕਿਹਾ ਕਿ ਇਹ ਡਰੱਗ ਕੇਸ ਦੇ ਬਾਰੇ ਜੋ ਸਟੇਟਸ ਰਿਪੋਰਟ STF ਦੀ ਹੈ, ਇਹ ਸਾਡੇ ਲਈ ਇੰਨੀ ਜ਼ਰੂਰੀ ਨਹੀਂ ਹੈ, ਕੇਸ ਦੇ ਹੋਰ ਪਹਿਲੂ ਜ਼ਰੂਰੀ ਨੇ। ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਵਾਰ ਫਿਰ ਨਵਾਂ ਤੂਫਾਨ ਖੜਾ ਹੋਇਆ। ਕਿਹਾ ਜਾਣ ਲੱਗਿਆ ਕਿ ਜੋ ਵਿਅਕਤੀ ਕਦੇ ਇਸ ਗੱਲ ਦਾ ਸਿਹਰਾ ਵੱਜਦਾ ਜਿਹਦੇ ਸਿਰ ਦੇ ਉੱਤੇ ਕਿ ਉਸਨੇ ਪੰਜਾਬ ਵਿੱਚ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ, ਕਿ ਕਿਹਾ ਕਿ ਮੈਂ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਜਿਹੜੇ ਹੈਗੇ ਕਾਰਜਕਾਲ ਦੌਰਾਨ DGP ਜੇਲ੍ਹਾਂ ਜਦੋਂ ਹੁੰਦੇ ਸੀ ਉਹ ਜਾਂ ਇੰਟੈਲੀਜੈਂਸ 'ਚ ਸੀਗੇ, ਤਾਂ ਉਦੋਂ ਇੱਕ ਲਿਸਟ ਸੌਂਪੀ ਸੀ ਕਿ ਨਸ਼ੇ ਦੇ ਸੌਦਾਗਰ ਕੌਣ ਨੇ ਤੇ ਨਸ਼ੇ ਦੇ ਸੌਦਾਗਰਾਂ ਨੂੰ ਸਰਪ੍ਰਸਤੀ ਦੇਣ ਵਾਲੇ ਰਸੂਖਵਾਨ ਤੇ ਸਿਆਸਤਦਾਨ ਕੌਣ ਨੇ। ਜੋ ਕਦੇ ਵਿਅਕਤੀ ਹੀਰੋ ਬਣਿਆ ਸੀ, ਉਹ ਇੱਕ ਦਿਨ ਦੇ ਇੱਕ ਸੁਣਵਾਈ ਤੋਂ ਬਾਅਦ ਹੀ ਲਗਭਗ ਖਲਨਾਇਕਾਂ 'ਚ ਉਹਦੀ ਜਿਹੜੀ ਹੈਗੀ ਹੈ ਗਿਣਤੀ ਹੋਣ ਲੱਗ ਪਈ ਕਿ ਸ਼ਸ਼ੀਕਾਂਤ ਉਹਨਾਂ ਨੇ ਕੇਸ ਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਸ਼ੀਕਾਂਤ ਉਹਨਾਂ ਨੇ ਪੰਜਾਬ ਚੋਣਾਂ ਦੇ ਐਨ ਮੌਕੇ ਤੇ ਆ ਕੇ ਜਦੋਂ ਲੱਗ ਰਿਹਾ ਸੀ ਕਿ ਹਾਈ ਕੋਰਟ ਰੁਚਿਤ ਹੈ ਇਸ ਕੰਮ ਵਾਸਤੇ ਕਿ ਉਹ ਸਟੇਟਸ ਰਿਪੋਰਟ ਜਿਹੜੀ 3 ਸਾਲਾਂ ਤੋਂ ਕਵਰਡ ਪਈ ਹੈ ਉਸ ਵਿੱਚ ਜੋ ਕੁਝ ਵੀ ਹੈ ਉਸ ਨੂੰ ਖੋਲ੍ਹਣ ਲਈ ਤਿਆਰ ਹੈ, ਤਾਂ ਉਹਨਾਂ ਦੇ ਵੱਲੋਂ ਪੇਸ਼ ਹੋਏ ਵਕੀਲ ਸਾਹਿਬ ਨੇ ਕਿਤੇ ਇਹ ਕਹਿ ਦਿੱਤਾ ਕਿ ਜਿਸ ਬੰਦੇ ਨੇ ਕੇਸ ਦਾ ਮੁੱਢ ਬੰਨਿਆ ਜਾਂ ਮੁੱਢ ਬੰਨਣ ਵਾਲੇ ਕੇਸਾਂ 'ਚ ਜੋ ਵਿਅਕਤੀ ਸ਼ਾਮਲ ਜਿਹੜਾ ਅਫਸਰ ਰਿਹਾ ਹੈ, ਉਹਦੀ ਕੋਈ ਇੱਛਾ ਹੀ ਨਹੀਂ ਹੈਗੀ ਇਸ ਜਿਹੜੀ ਸਟੇਟਸ ਰਿਪੋਰਟ ਲਈ ਵੱਲ। ਸ਼ਸ਼ੀਕਾਂਤ ਹੋਣੀ ਉਹਨਾਂ ਦੀ ਤਬੀਅਤ ਹਾਲਾਂਕਿ ਨਾਸਾਜ਼ ਹੈ, ਸਿਹਤ ਨਾਸਾਜ਼ ਹੈ, ਉਹ ਇਸੇ ਕਰਕੇ ਪਿਛਲੀ ਸੁਣਵਾਈ ਤੇ ਹਾਈ ਕੋਰਟ ਵਿੱਚ ਵੀ ਨਹੀਂ ਗਏ। ਉਹਨਾਂ ਦੇ ਵਕੀਲ ਸਾਹਿਬ ਨੇ ਬਕਾਇਦਾ ਤੌਰ ਤੇ ਜੱਜ ਸਾਹਿਬ ਨੂੰ ਇਹ ਦੱਸਿਆ ਵੀ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ। ਸ਼ਸ਼ੀਕਾਂਤ ਉਹਨੀ ਸਾਡੀ ਵਿਸ਼ੇਸ਼ ਬੇਨਤੀ ਦੇ ਉੱਤੇ ਸਾਡੇ ਸਟੂਡੀਓ ਜ਼ਰੂਰ ਪੁੱਜੇ ਨੇ ਆਪਣੀ ਤਬੀਅਤ ਨਾਸਾਜ਼ ਹੋਣ ਦੇ ਬਾਵਜੂਦ ਵੀ। ਸ਼ਸ਼ੀਕਾਂਤ ਜੀ, ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਦੁਆ ਕਰਦੇ ਹਾਂ ਕਿ ਤੁਹਾਡੀ ਸਿਹਤ ਬਰਕਰਾਰ ਰਹੇ, ਤੁਸੀਂ ਤੰਦਰੁਸਤ ਰਹੋ। ਬਹੁਤ ਬਹੁਤ ਧੰਨਵਾਦ ਤੁਹਾਡਾ ਐਂਡ ਯੈਸ ਸ਼ੋ ਆਪਣੇ ਮੁੱਦੇ ਚੁੱਕਦੇ ਰਹੋ। ਪਰ ਪਹਿਲਾ ਇਲਜ਼ਾਮ ਜਿਹੜਾ ਹੈਗਾ ਤੁਹਾਡੇ ਤੇ ਬੜਾ ਵੱਡਾ ਲੱਗਿਆ ਕਿ ਤੁਸੀਂ ਹੁਣ ਨਾਇਕ ਨਹੀਂ, ਤੁਸੀਂ ਖਲਨਾਇਕ ਬਣ ਗਏ ਹੋ। ਤੁਹਾਡੇ ਕਰਕੇ ਸ਼ਾਇਦ ਜਿਹੜਾ ਹੈਗਾ ਕੇਸ ਜੇ 10-12 ਦਿਨ ਅੱਗੇ ਵੀ ਪਿਆ 26 ਤਰੀਕ ਤੱਕ, 26 ਅਕਤੂਬਰ ਤੱਕ, ਤਾਂ ਤੁਹਾਡੇ ਕਰਕੇ ਪਿਆ। ਤੁਹਾਡੇ ਵਕੀਲ ਨੇ
ਤੁਹਾਡੇ ਵੱਲੋਂ ਵਕਾਲਤਨਾਮਾ ਦਾਖਲ ਕਰਦੇ ਹੋਏ ਤੁਹਾਡੇ ਦਸਤਖਤਾਂ ਵਾਲੇ ਜਿਹੜੇ ਹਲਫਨਾਮੇ ਦੇ ਕੇ ਕਿਹਾ ਕਿ ਤੁਹਾਨੂੰ ਕੋਈ ਮਤਲਬ ਹੀ ਨਹੀਂ ਹੈਗਾ ਐਸਟੀਐਫ ਦੀ ਰਿਪੋਰਟ ਨਾਲ, ਬਾਕੀ ਗੱਲਾਂ ਜ਼ਰੂਰੀ ਨੇ। ਯੂ ਟਰਨ ਦੇ ਤੌਰ ਦੇ ਉੱਤੇ ਮੀਡੀਆ ਨੇ ਤੁਹਾਡੀ ਜਿਹੜੀ ਹੈਗੀ ਹੈ ਸੰਗਿਆ ਦਿੱਤੀ ਹੈ, ਟਰਮੋਲੋਜੀ ਯੂਜ਼ ਕੀਤੀ ਹੈ। देखो अनिल जी, जड़ा टर्मिनोलॉजी चाहे कोई भी इस्तेमाल करे और लोग चाहे मनु नायक समझन चाहे खलनायक समझन, ਉਹਦੇ ਨਾਲ मनु कोई सरोकार नहीं हैगा। ਤੁਸੀਂ ਸਿਰੇ ਦੀ ਗੱਲ ਕੀਤੀ, ਜਿਹਦੇ ਵੀ ਸਿਰਾ ਬੰਦਾ ਹੈਗਾ ਵਿਆਹ ਦੇ ਬਾਅਦ ਉਹ ਤੋਂ ਸਿਰ ਤੋਂ ਉਤਾਰ ਕਰਕੇ ਜਾਂਦਾ, ਫਿਰ ਉਸੇ ਕੂੜੇ ਦੇ ਢੇਰ ਦੇ ਵਿਚਕਾਰ ਹੀ ਹੈਗਾ। ਤਾਂ ਉਹਦੇ 'ਚ ਕੋਈ ਨਵੀਂ ਗੱਲ ਨਹੀਂ ਹੈਗੀ ਹੈ। देखो गल ये हैगी, मैं लगातार 2007 तो कहता आ रहा है कि पंजाब की समस्या यही हैगी है ड्रग्स की। इत्थे एक तो ड्रग समगलर्स हैगे ने, ड्रग समगलर्स के नाल जिहड़ा बंदे अपने पैसा इन्वेस्ट करते हैगे ने, उन्हां दे जिहड़े फाइनेंसर्स हैगे ने, जिहड़े ब्लैक तो वाइट करदे ने, ब्लैक तो वाइट करते हैगे ने। ये जिहड़ी हैगी दुकान जिस तरह हट्टी होंदी है उस तरह की दुकान हैगी है। ਤੁਹਾਨੂੰ ਸਮਾਨ ਖਰੀਦ ਕੇ ਇੱਥੇ ਰੱਖਣਾ ਪਏਗਾ ਤਾਂ ਕਿ ਉਹਨੂੰ ਤੁਸੀਂ ਅੱਗੇ ਵੇਚ ਸਕੋ। ਇਹ ਕੋਈ CNF ਨਹੀਂ ਹੈਗਾ ਕਿ ਸਮਾਨ ਲਿਆ ਕੇ ਤੁਸੀਂ ਰੱਖ ਦਿੱਤਾ, ਜਿਸ ਤਰ੍ਹਾਂ ਵਿਕਦਾ ਗਿਆ ਉਸ ਤਰ੍ਹਾਂ ਤੁਸੀਂ ਪੇਮੈਂਟ ਕਰਦੇ ਰਹੋ। ਡਰੱਗਸ ਦੀ ਖੇਪਾਂ ਜਿਹੜੀ ਆਉਂਦੀਆਂ ਨੇ, ਉਹਦੀ ਜਿਹੜੀ ਕੀਮਤ ਹੈਗੀ ਹੈ ਕਰੋੜਾਂ ਦੇ ਵਿੱਚ ਵੀ ਨਹੀਂ, ਕਈ 100 ਕਰੋੜਾਂ ਦੇ ਵਿਚਕਾਰ ਹੁੰਦੀ ਹੈ, ਜਿਹੜੇ ਕਿ ਜਿਸ ਤਰ੍ਹਾਂ ਹੁਣ ਲਾਸਟ ਮੁੰਦਰਾ ਤੇ ਜਿਹੜਾ ਫੜਿਆ ਗਿਆ ਹੈਗਾ 3000 ਕਿਲੋਗ੍ਰਾਮ ਦਾ ਡਰੱਗ ਦੀ ਖੇਪ, ਕਿਸੇ ਨਾ ਕਿਸੇ ਨੇ ਤਾਂ ਪੈਸਾ ਲਾਇਆ ਸੀ ਉਸ ਨੂੰ ਖੇਪ ਨੂੰ ਲੈਣ ਲਈ। ਜਾਂ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਖੇਪਾਂ ਓਵਰ ਦ ਈਅਰਸ ਆ ਰਹੀਆਂ ਹੈਗੀਆਂ ਨੇ। ਮੇਰੀ ਬੇਨਤੀ ਇਹ ਸੀ 2007 ਦੇ ਵਿੱਚ ਵੀ, ਅੱਜ ਵੀ ਮੇਰੀ ਬੇਨਤੀ ਇਹੀ ਹੈਗੀ ਹੈ ਕਿ ਇਹ ਜਿਹੜਾ ਇੱਕ ਐਂਟਾਇਰ ਨੈਕਸਸ ਹੈਗਾ ਜਿਹਦੇ 'ਚ ਪੈਸਾ ਇਨਵੈਸਟ ਕਰਨ ਵਾਲੇ ਬੰਦੇ ਹੈਗੇ ਨੇ, ਉਹਨਾਂ ਦੇ ਨਾਲ ਆਉਂਦੇ ਨੇ ਡਰੱਗ ਬੈਰਨਸ, ਡਰੰਕ ਲੌਰਡਸ, ਉਹਨਾਂ ਦੇ ਨਾਲ ਆਉਂਦੇ ਹੈਗੇ ਨੇ ਉਹਨਾਂ ਦੇ ਜਿਹੜੇ ਥੱਲੇ ਕੰਮ ਕਰ ਰਹੇ ਹੈਗੇ ਨੇ, ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਪੈਰਾਫਰਨੇਲੀਆ। ਪਹਿਲੀ ਕੈਟੇਗਰੀ। ਦੂਜੀ ਕੈਟੇਗਰੀ ਆਂਦੀ ਹੈਗੀ ਹੈ ਉਹਨਾਂ ਦੇ ਨਾਲ ਕੁਝ ਇਸ ਤਰ੍ਹਾਂ ਦੇ ਪੋਲੀਟੀਸ਼ੀਅਨਸ ਨੂੰ ਜਿਹੜੇ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਹੈਗੇ ਨੇ ਕਿ ਉਹ ਫੜੇ ਨਾ ਜਾਣ, ਉਹਨਾਂ ਦਾ ਕੰਸਾਈਨਮੈਂਟ ਚੱਲਦਾ ਰਹੇ, ਉਹਨਾਂ ਦਾ ਜਿਹੜਾ ਬਿਜ਼ਨਸ ਹੈਗਾ ਠੀਕ ਚੱਲਦਾ ਰਹੇ। ਤੀਜੀ ਕੈਟੇਗਰੀ ਆਂਦੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਕਾਲੀ ਪੇੜਾਂ ਹੈਗੀਆਂ ਨੇ, ਚਾਹੇ ਪੁਲਿਸ 'ਚ ਹੈਗੀਆਂ ਨੇ ਚਾਹੇ ਕਿਸੇ ਹੋਰ ਸਿਕਿਉਰਿਟੀ ਫੋਰਸਿਸ ਦੇ ਵਿਚਕਾਰ ਹੈਗੀਆਂ ਨੇ, ਜਿਹੜੇ ਕਿ ਇਹਨਾਂ ਨੂੰ ਫੈਸਿਲੀਟੇਟ ਕਰਦੀਆਂ ਨੇ ਕਿ ਉਹਨਾਂ ਦਾ ਸਮਾਨ ਇੱਥੇ ਆ ਜਾਏ, ਸੇਫ ਹਾਊਸ ਦੇ ਵਿਚਕਾਰ ਆ ਗਿਆ, ਆਲਟੀ ਹੁੰਦੇ ਜਿੱਥੇ ਵੀ ਉਹਨਾਂ ਦਾ ਅਲਟੀਮੇਟ ਡੈਸਟੀਨੇਸ਼ਨ ਹੈਗਾ ਉੱਥੇ ਤੱਕ ਚਲਾ ਜਾਏ। ਮੇਰੀ ਬੇਨਤੀ ਰਾਈਟ ਤੁਸੀਂ 2007 ਕੱਢੋ, ਉਹਦੇ ਬਾਅਦ 2013 ਦੇ ਵਿੱਚ ਜਿਹੜੀ ਮੈਂ ਪਟੀਸ਼ਨ ਫਾਈਲ ਕੀਤੀ ਸੀ ਉਹਦੇ ਵਿੱਚ ਵੇਖ ਲਿਓ, ਉਹਦੇ 'ਚ ਮੈਂ ਹੀ ਕਿਹਾ ਹੈਗਾ ਕਿ ਸਾਰਾ ਦਾ ਸਾਰਾ ਜਿਹੜਾ ਹੈਗਾ ਇੱਕ ਗੈਂਗ ਜਿਹੜਾ ਹੈਗਾ ਜਿਹਦੇ 'ਚ 3-4 ਜਿਹੜੇ ਤੜੇ ਹੈਗੇ ਨੇ ਇਹ ਇਨਵੋਲਵ ਹੈਗੇ ਨੇ, ਸਾਰਿਆਂ ਨੂੰ ਐਕਸਪੋਜ਼ ਕਰਕੇ ਫਿਰ ਉਹਨਾਂ ਦੇ ਉੱਤੇ ਅਟੈਕ ਕਰਨਾ ਚਾਹੀਦਾ ਹੈਗਾ ਹੈ। ਔਰ ਇਹ ਕੰਮ ਜਿਹੜਾ ਹੈਗਾ ਮੈਨੂੰ ਕਿਸੇ ਸਰਕਾਰ ਦੇ ਉੱਤੇ ਭਰੋਸਾ ਨਹੀਂ ਹੈ। ਇਟ ਹੈਜ਼ ਟੂ ਬੀ ਡਨ ਅੰਡਰ ਜੁਡੀਸ਼ੀਅਲ ਸਕ੍ਰੂਟਨੀ ਨੰਬਰ 1। ਜੀ ਮੈਂ ਇੱਕ ਮਿੰਟ ਵਾਸਤੇ ਤੁਹਾਨੂੰ ਜ਼ਰੂਰ ਰੋਕਣਾ ਚਾਹਾਂਗਾ। ਤੁਸੀਂ ਬਿਲਕੁਲ ਦਰੁਸਤ ਕਿਹਾ, ਤੁਸੀਂ 2007 ਤੋਂ ਜਦੋਂ ਤੋਂ ਇਹ ਮੁੱਦਾ ਚੁੱਕਿਆ 2013 ਚ ਹਾਈ ਕੋਰਟ ਚ ਪਟੀਸ਼ਨ ਦੇ ਰੂਪ ਚ ਗਿਆ, ਉਹਨਾਂ ਦਿਨਾਂ 'ਚ ਜਗਦੀਸ਼ ਭੋਲਾ ਫੜਿਆ ਜਾਂਦਾ। ਜਗਦੀਸ਼ ਭੋਲਾ ਪੰਜਾਬ ਦੇ ਉਦੋਂ ਦੇ ਜਿਹੜਾ ਹੈਗਾ ਸੀਨੀਅਰ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਲੈ ਲੈਂਦਾ ਹੈ। ਉਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਸੰਮਨ ਕਰਦੀ ਹੈ ਮਜੀਠੀਆ ਨੂੰ ਤੇ 2 ਵਾਰ ਜਿਹੜੀ ਹੈਗੀ ਮਜੀਠੀਆ ਤੋਂ ਪੁੱਛਗਿੱਛ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਬੜੀਆਂ ਤਹਿਾਂ ਜਿਹੜੀਆਂ ਇਸ ਕੇਸ ਦੀਆਂ ਪਰਤਾਂ ਜਿਹੜੀਆਂ ਨੇ ਉਹ ਖੁੱਲਦੀਆਂ ਗਈਆਂ, ਸਾਹਮਣੇ ਆਉਂਦੀਆਂ ਗਈਆਂ। ਇਸੇ ਆਧਾਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾ ਕੇ ਜਿਹੜੀ ਇਸ ਸਰਕਾਰ ਬਣਾਈ ਕਿ ਨਸ਼ਿਆਂ ਦਾ ਉਹ ਪਰਦਾਫਾਸ਼ ਕਰਨਗੇ, ਲੱਕ ਤੋੜਨਗੇ, ਪਰ ਕੁੱਲ ਮਿਲਾ ਕੇ ਹੁੰਦਾ ਹੈ ਇਹੀ ਹੈ ਕਹਿਣ ਟੋਟੈਲਿਟੀ 'ਚ ਕਿ ਉਹ ਨਸ਼ਿਆਂ ਨੂੰ ਖਤਮ ਕਰਨਗੇ ਤੇ ਨਸ਼ਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਉਹ ਸਲਾਖਾਂ ਪਿੱਛੇ ਡੱਕਣਗੇ। ਆਪਣਾ ਇਹੀ ਵਾਅਦਾ ਪੂਰਾ ਕਰਦੇ ਹੋਏ ਉਹਨਾਂ ਨੇ STF ਬਣਾਈ। ਉਸ STF ਨੇ ਹੀ ਰਿਪੋਰਟ ਸੌਂਪੀ। ਜੋ ਤੁਸੀਂ ਸ਼ੁਰੂਆਤ ਕੀਤੀ ਉਸੇ ਦੀ ਪੂਰਤੀ ਹੋਈ ਤੇ ਜਦੋਂ ਉਹ ਰਿਪੋਰਟ ਆ ਗਈ, ਰਿਪੋਰਟ ਖੋਲਣ ਦਾ ਸਮਾਂ ਆ ਗਿਆ ਤਾਂ 13 ਤੇ 14 ਤਰੀਕ ਨੂੰ ਤੁਹਾਡੇ ਵੱਲੋਂ ਜਿਹੜੇ ਵਕੀਲ ਸਾਹਿਬ ਪੇਸ਼ ਹੁੰਦੇ ਨੇ ਉਹਨਾਂ ਵੱਲੋਂ ਤੁਹਾਡੇ ਆਧਾਰ ਬਿਹਾਫ ਤੇ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਇਸ ਰਿਪੋਰਟ ਨਾਲ ਕੋਈ ਮਤਲਬ ਨਹੀਂ। ਜੋ ਕੰਮ ਤੁਸੀਂ ਸ਼ੁਰੂ ਕੀਤਾ ਉਸੇ ਦਾ ਨਤੀਜਾ ਰਿਪੋਰਟ ਹੈ, ਉਸੇ ਨੂੰ ਖੋਲਣਾ ਹੈ ਤੇ ਮਤਲਬ ਤੁਸੀਂ ਉਸ ਤੋਂ ਕਿਵੇਂ ਮੁਨਕਰ ਹੋ ਸਕਦੇ ਹੋ? ਜਾਂ ਫਿਰ ਤੁਹਾਨੂੰ ਹੋ ਸਕਦਾ ਤੁਹਾਡੇ ਵਕੀਲ ਸਾਹਿਬ ਨੇ ਨਾ ਦੱਸਿਆ ਹੋਵੇ ਕਿ ਕਿਸ ਚੀਜ਼ ਤੇ ਤੁਹਾਡੇ ਦਸਤਖਤ ਕਰਵਾਏ ਜਾ ਰਹੇ ਨੇ। ਜਿਹੜੇ ਦਸਤਖਤ ਮੇਰੇ ਹੋਏ ਸਨ ਉਹ ਤੇ ਇੱਕ ਮਾਮੂਲੀ ਜਿਹੜਾ ਹੁੰਦਾ ਹੈਗਾ ਵਕਾਲਤਨਾਮਾ ਸੀ, ਜਿਹੜਾ ਮੈਂ ਆਪਣਾ ਇੱਕ ਜਿਹਨੂੰ ਸਿਨੋਪਸਿਸ ਕਹਿੰਦੇ ਹੈਗੇ ਉਹ ਸਿਨੋਪਸਿਸ ਜਿਹੜਾ ਸਾਈਨ ਕੀਤਾ ਸੀ ਮੇਰੇ ਦੁਆਰਾ, ਉਹ ਅਦਾਲਤ ਦੇ ਵਿੱਚ ਮੌਜੂਦ ਹੈਗਾ। ਜੇ ਤੁਹਾਨੂੰ ਉਹਦੀ ਕਾਪੀ ਚਾਹੀਦੀ ਹੈਗੀ ਮੈਂ ਦੇਖਿਆ ਜੀ, ਮੈਂ ਤੁਹਾਨੂੰ ਉਹਦੇ 'ਚ ਮੈਂ ਕਿਤੇ ਵੀ ਨਹੀਂ ਲਿਖਿਆ ਹੈਗਾ ਕਿ ਉਹ STF ਦੀ ਰਿਪੋਰਟ ਜਿਹੜੀ ਹੈਗੀ ਹੈ ਉਹਨੂੰ ਨਾ ਖੋਲਿਆ ਜਾਏ। ਮੇਰੀ ਬੇਨਤੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਹੀ ਹੈਗਾ। ਜਦੋਂ ਪਿਛਲੇ ਦਿਨਾਂ ਇਹ ਅਦਾਲਤ ਦੀ ਕਾਰਵਾਈ ਕਾਫੀ ਤੇਜ਼ ਚੱਲੀ ਸੀ, ਜਦੋਂ ਜਸਟਿਸ ਸਨ
ਸੂਰਯਕਾਂਤ ਜੀ। ਉਸ ਵੇਲੇ ਉਹਨਾਂ ਨੇ ਪੰਜਾਬ ਦੇ ਨਾਲ UT ਚੰਡੀਗੜ੍ਹ ਅਤੇ ਹਰਿਆਣਾ ਨੂੰ ਵੀ ਭਾਗੀਦਾਰ ਬਣਾਇਆ ਸੀ, ਕਿਉਂਕਿ ਡਰੱਗਸ ਪੰਜਾਬ ਤੋਂ ਉੱਥੇ ਵੀ ਜਾ ਰਹੀਆਂ ਨੇ, ਉੱਥੋਂ ਇੱਥੇ ਵੀ ਆ ਰਹੀਆਂ ਨੇ। ਇਟਸ ਆਲ ਟੂ ਵੇ ਟ੍ਰੈਫਿਕ। ਨਹੀਂ, ਸੋ ਇਹ ਗੱਲ ਕਲੀਅਰ ਹੈ ਕਿ ਤੁਹਾਨੂੰ ਦੋ ਗੱਲਾਂ ਹੁੰਦੀਆਂ ਨੇ। ਇੱਕ ਹੁੰਦੀ ਹੈ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ STF ਦੀ ਰਿਪੋਰਟ ਖੁੱਲਦੀ ਹੈ ਜਾਂ ਨਹੀਂ ਖੁੱਲਦੀ। ਦੂਜੀ ਗੱਲ, ਇਹੀ ਗੱਲ ਕਹਿਣ ਦਾ ਇੱਕ ਦੂਜਾ ਜਿਹੜਾ ਢੰਗ ਇਹ ਹੈ ਕਿ ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਰਿਪੋਰਟ ਖੋਲੋ, ਉਸ ਤੋਂ ਬਾਅਦ ਬਾਕੀ ਦੇ ਗੱਲ ਕੰਮ ਕਰੋ। ਦੋਵਾਂ ਚੋਂ ਤੁਸੀਂ ਕਿਹੜੇ ਪਾਸੇ ਹੋ? ਦੇਖੋ, ਮੈਂ ਇਸ ਪਾਸੇ ਹੈਗਾ ਕਿ ਤੁਸੀਂ ਇੱਕ ਕੰਪਰੀਹੈਂਸਿਵ ਲਿਸਟ ਲਿਓ। ਇੱਥੇ STF ਨੇ ਸੌਂਪ ਦਿੱਤੀ, ਇੱਥੇ ਜਿੱਥੇ ਤੱਕ ਮੈਨੂੰ ਪਤਾ ਹੈ ਹਰਪ੍ਰੀਤ ਨੇ ਇੱਕ ਲਿਸਟ ਦਿੱਤੀ ਸੀ ਜੀ, ਕੋਈ ਇੱਕ ED ਨੇ ਦਿੱਤੀ ਸੀ ਜੀ, ਇੱਕ ਕੋਈ ਦੂਸਰੇ ਗਵਰਨਮੈਂਟ ਅਦਾਰੇ ਜਿਹੜੇ ਹੈਗੇ ਉਹਨਾਂ ਨੇ ਦਿੱਤੀ ਸੀ। ਸਰਕਾਰ ਵੱਲੋਂ ਅਦਾਲਤ ਵੱਲੋਂ ਇੱਕ ਕਮੇਟੀ ਬਣੀ ਸੀ 3 ਮੈਂਬਰਾਂ ਦੀ, ਨਾਗੇਸ਼ਵਰ ਰਾਓ, ਈਸ਼ਵਰ ਸਿੰਘ ਵਗੈਰਾ ਉਹ ਸਨ, ਔਰ ਇੱਕ ਕੋਈ ਹੋਰ ਕਮੇਟੀ ਸੀ। ਇਹ 6 ਕਮੇਟੀਆਂ ਦੀ ਰਿਪੋਰਟ ਹੈਗੀ ਹੈ ਜੀ। ਮੇਰਾ ਕਹਿਣ ਦਾ ਮਤਲਬ ਹੋਰੇ ਤੋਂ ਸ਼ੁਰੂ ਤੋਂ ਰਿਹਾ ਹੈਗਾ, ਜੇ ਤੁਸੀਂ ਇੱਕ ਲਿਸਟ ਦੇ ਵਿੱਚ ਖੋਲੀ, ਇੱਕ ਲਿਸਟ ਦੇ ਵਿੱਚ ABC ਨਾ ਹੈਗੇ ਨੇ, ਦੂਜੇ ਦੇ ਵਿੱਚ ਹੈਗੇ ਨੇ XYZ, ਕਿਤੇ ਵਿਚਕਾਰ ਕੋਈ ਹੈਗੇ ਨੇ। ਤੁਸੀਂ ਇਹ ਜਿਹੜਾ ਕਾਗਜ਼ ਅਦਾਲਤ ਦੇ ਕੋਲ ਹੈਗਾ, ਦੁਨੀਆ ਦੇ ਵਿਚਕਾਰ ਕੋਈ ਐਸਾ ਦੀ ਪਾਵਰ ਨਹੀਂ ਹੈਗੀ ਹੈ ਜਿਹੜੀ ਕਿ ਅਦਾਲਤ ਦੇ ਹੱਥ ਬਣ ਸਕੇ ਕਿ ਸਰ ਤੁਸੀਂ ਇਹ ਕਾਗਜ਼ ਖੋਲਣਾ ਹੈਗਾ, ਇਹ ਕਾਗਜ਼ ਨਹੀਂ ਖੋਲਣਾ ਹੈਗਾ। ਉਹ ਕਾਗਜ਼ ਜਿਹੜਾ ਚਾਹੇ ਖੋਲ ਸਕਦੇ ਹੈਗੇ। ਔਰ ਜੇਕਰ ਕਿ ਮੈਂ ਸਹੀ ਹੈਗਾ, ਪਿਛਲੇ ਦਿਨਾਂ ਜਿਹੜਾ ਅਖਬਾਰ 'ਚ ਰਿਪੋਰਟ ਆਈ ਸੀ ਕਿ ਮਾਨਯੋਗ ਅਦਾਲਤ ਨੇ ਰਿਪੋਰਟਸ ਨੂੰ ਪੈਰਯੂਜ਼ ਕੀਤਾ ਸੀ ਔਰ ਪੈਰਯੂਜ਼ ਕਰਕੇ ਉਹਨਾਂ ਨੂੰ ਰੀਸੀਲ ਕਰ ਦਿੱਤਾ ਸੀ। ਰੀਸੀਲ ਜਦੋਂ ਹੋਈ ਹੈਗੀ, ਇਹਦਾ ਮਤਲਬ ਸਿਰਫ ਮੈਂ ਇਹੀ ਸਮਝਣਾ ਹੈਗਾ, ਮੇਰੀ ਜਿਹੜੀ ਛੋਟੀ ਜਿਹੀ ਬੁੱਧੀ ਹੈ ਕਿ ਸ਼ਾਇਦ ਉਹਨਾਂ ਨੂੰ ਉਹਦੇ 'ਚ ਕੋਈ ਕਮੀ ਬੇਸ਼ੀ ਨਜ਼ਰ ਆਈ। ਮੇਰੀ ਬੇਨਤੀ ਇਹ ਕਮੀ ਪੇਸ਼ੀ ਸਰਕਾਰ ਵੱਲੋਂ ਜਾਂ STF ਵੱਲੋਂ ਪੇਸ਼ ਕਰਨ 'ਚ ਕਮੀ ਪੇਸ਼ੀ ਨਜ਼ਰ ਆਈ, ਕਿਤੇ ਵੀ ਕੋਰਟ ਨੂੰ ਕਹਿ ਦੇਣਾ ਚਾਹੀਦਾ ਹੈ। ਕਿਤੇ ਵੀ ਹੋਏ ਮੈਂ ਕਹਿ ਰਿਹਾ, ਮੈਂ ਕੋਰਟ ਦੇ ਉੱਤੇ ਨਹੀਂ ਕਹਿ ਰਿਹਾ, ਉਹਦੇ 'ਚ ਕੋਈ ਕਮੀ ਬੇਸ਼ੀ ਆਬਜ਼ਰਵੇਸ਼ਨ ਆ ਰਹੀ ਹੈ ਸਰ, ਉਹਦੇ 'ਚ ਕੋਈ ਕਮੀ ਬੇਸ਼ੀ ਨਜ਼ਰ ਆਈ, ਚਾਹੇ STF ਵੱਲੋਂ ਸੀ, ਚਾਹੇ ਕਿਸੇ ਵਕੀਲਾਂ ਵੱਲੋਂ ਸੀ ਜਾਂ ਕਿਸੇ ਵੱਲੋਂ, ਕੋਈ ਮੈਂ ਕਹਿ ਰਿਹਾ ਸਿਰਫ ਕੋਈ ਕਮੀ ਬੇਸ਼ੀ ਸੀ। ਇਸ ਕਰਕੇ ਸਰ ਅਦਾਲਤ ਨੇ ਉਹਦੇ ਉੱਤੇ ਐਕਸ਼ਨ ਜਿਹੜਾ ਹੈਗਾ ਨਹੀਂ ਲਿੱਤਾ। ਉਹ ਰਿਪੋਰਟ ਤੇ ਅਦਾਲਤ ਦੇ ਕੋਲ ਹੈਗੀ ਹੈ, ਕਿਸੇ ਵੇਲੇ ਕਿਸੇ ਵੀ ਛਣ ਕਿਸੇ ਵੀ ਪਲ ਉਹ ਖੋਲ ਕਰਕੇ ਉਹਦੇ ਨਾਲ ਪੂਰਾ ਐਕਸ਼ਨ ਜਿਹੜਾ ਹੈਗਾ ਉਹ ਲੈ ਸਕਦੇ ਨੇ, ਆਰਡਰ ਕਰ ਸਕਦੇ ਹੈਗੇ ਨੇ। ਮੈਂ ਉਹੀ ਕਹਿ ਰਿਹਾ ਸਰ ਦੇਖੋ, ਇਸ ਕੇਸ ਨਾਲ ਜੁੜੇ ਹੋਏ 3-4 ਵੱਡੇ ਵਕੀਲ ਨੇ, ਉਹਨਾਂ 'ਚ ਤੁਹਾਡਾ ਬਤੌਰ ਐਜ ਇਸ ਕੇਸ ਦਾ ਜਿਹੜਾ ਹੈਗਾ ਵਿਸ਼ਲ ਬਲੋਰ, ਤੁਸੀਂ ਆਪਾਂ ਸਾਰੇ ਮੰਨਦੇ ਆ ਕਿ ਤੁਸੀਂ ਇਸ ਮਾਮਲੇ ਨੂੰ ਚੁੱਕਿਆ। ਦੂਜੇ ਨੰਬਰ ਤੇ ਅਮਾਈਕਸ ਕਿਊਰੀ ਅਨੁਪਮ ਗੁਪਤਾ ਆਉਂਦੇ ਨੇ, ਸੀਨੀਅਰ ਐਡਵੋਕੇਟ, ਡੈਜ਼ਿਗਨੇਟਡ ਸੀਨੀਅਰ ਐਡਵੋਕੇਟ ਨੇ, ਜਿਹੜੇ ਕਿ ਅਦਾਲਤ ਨੇ ਆਪਣੀ ਸਹਾਇਤਾ ਲਈ ਵਕੀਲ ਨਾਮਜ਼ਦ ਕੀਤੇ ਹੋਏ ਨੇ। ਰੀਓਪਨਰ ਪਾਉਣ ਵਾਲੇ ਐਡਵੋਕੇਟ ਨਵਕਿਰਨ ਸਿੰਘ ਨੇ, ਲਾਇਰਸ ਫਾਰ ਹਿਊਮਨ ਰਾਈਟ ਇੰਟਰਨੈਸ਼ਨਲ ਵਾਲੇ, ਜਿਹੜੇ ਤੁਹਾਡੇ ਨਾਲ ਵੀ ਪੇਸ਼ ਹੁੰਦੇ ਰਹੇ ਨੇ ਕਿਸੇ ਵੇਲੇ। ਬਿਲਕੁਲ ਹੈ ਨਾ, ਤੁਸੀਂ ਉਹਨਾਂ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਹੈ। ਤੀਜੇ ਨੰਬਰ ਤੇ ਤੁਹਾਡਾ ਨਾਮ ਮੈਂ ਪਹਿਲਾਂ ਲਿਆ ਹੈਗਾ, ਈਵਨ ਕਿ ਐਡਵੋਕੇਟ ਜਨਰਲ ਪੰਜਾਬ ਅਤੁਲ ਨੰਦਾ ਨੇ ਤਾਂ ਸ਼ਾਇਦ ਕਦੇ ਨਹੀਂ ਕਿਹਾ ਹੋਵੇਗਾ ਕਿ ਉਹ ਰਿਪੋਰਟ ਖੋਲਣ ਵਾਸਤੇ ਸਰਕਾਰ ਇੱਛੁਕ ਹੈ, ਪਰ ਮੌਜੂਦਾ ਐਡਵੋਕੇਟ ਜਨਰਲ APS ਦਿਓਲ, ਭਾਵੇਂ ਉਹ ਵਿਵਾਦਾਂ 'ਚ ਘਿਰੇ ਹੋਏ ਨੇ ਪਹਿਲੇ ਦਿਨ ਤੋਂ ਹੀ, ਪਰ ਉਹਨਾਂ ਨੇ ਵੀ ਇਸ ਵਾਰ ਅਦਾਲਤ 'ਚ ਕਿਹਾ ਹੈ ਕਿ ਇਹ ਖੁੱਲਣੀ ਚਾਹੀਦੀ ਹੈ ਰਿਪੋਰਟ। ਮੇਰਾ ਸਵਾਲ ਸਰ ਇਹ ਹੈ ਕਿ ਜਦੋਂ ਅਮਾਈਕਸ ਕਿਊਰੀ ਕਹਿ ਰਹੇ ਨੇ, ਅਨੁਪਮ ਗੁਪਤਾ, ਨਵਕਿਰਨ ਸਿੰਘ ਕਹਿ ਰਹੇ ਨੇ, ਈਵਨ AG ਪੰਜਾਬ ਕਹਿ ਰਹੇ ਨੇ, ਤਾਂ ਤੁਸੀਂ ਕੀ ਕਹਿ ਰਹੇ ਹੋ? ਰਿਪੋਰਟ ਖੁੱਲਣੀ ਚਾਹੀਦੀ ਜਾਂ ਨਹੀਂ ਖੁੱਲਣੀ ਚਾਹੀਦੀ? ਪ੍ਰਾਇੋਰਟੀ ਰਿਪੋਰਟ ਖੋਲਣਾ ਪ੍ਰਾਇੋਰਟੀ ਹੈ ਜਾਂ ਨਹੀਂ ਹੈ? ਮੈਂ ਕਹਿ ਰਿਹਾ, ਦੱਸਣਾ ਹੈਗਾ ਕਿਹੜਾ ਜਵਾਬ ਸਿੱਧਾ ਜਵਾਬ ਦੇਣਾ, ਇੱਕ ਸਿੰਗਲ ਲਾਈਨ ਜਵਾਬ ਨਹੀਂ ਹੁੰਦਾ ਤੇ ਅਦਾਲਤ ਦੇ ਵਿੱਚ ਹੁੰਦਾ ਜਦੋਂ ਮਰਡਰ ਹੁੰਦਾ ਹੈਗਾ। ਮੇਰੀ ਮੈਨੂੰ ਬੋਲਣ ਦਾ ਮੌਕਾ ਤੇ ਦਿਓ। ਜਿਹੜੇ ਵੀ ਵਕੀਲ ਹੈਗੇ ਨੇ, ਅਮਾਈਕਸ ਵਟਐਵਰ ਹੈਗੇ ਨੇ, ਠੀਕ ਹੈ, ਮੈਂ ਕਿਸੇ ਦੇ ਕਹਿਣ ਦੇ ਅਨੁਸਾਰ ਨਾ ਕਦੇ ਚੱਲਿਆ ਹੈਗਾ ਨਾ ਚਲਾਂਗਾ। ਮੇਰਾ ਕਹਿਣਾ ਇਹੀ ਹੈਗਾ ਜਿਹੜਾ ਕਿ ਮੈਂ 26 ਤਰੀਕ ਨੂੰ ਫੇਰ ਕੇ ਆਂਗਾ। ਤੁਸੀਂ 26 ਨੂੰ ਪੇਸ਼ ਹੋਵੋਗੇ? ਆਫ ਕੋਰਸ। ਓਕੇ, ਕਿ ਜਿਹੜੀ ਵੀ ਰਿਪੋਰਟ ਹੈਗੀ ਹੈ 26 ਅਕਤੂਬਰ ਜਦੋਂ ਦੁਸ਼ਹਿਰੇ ਦੀ ਛੁੱਟੀਆਂ ਖਤਮ ਹੋਣਗੀਆਂ, ਜਿਹੜੀ ਹੀਅਰਿੰਗ ਆ ਰਹੀ ਹੈ, ਜਦੋਂ ਅਦਾਲਤ ਨੇ ਕਿਹਾ ਹੈ ਕਿ 14 ਤਰੀਕ ਨੂੰ ਕਹਿ ਕੇ ਜਦੋਂ ਛੁੱਟੀਆਂ ਤੇ ਜਾਣ ਤੋਂ ਪਹਿਲਾਂ ਬੈਂਚ ਨੇ ਕਿਹਾ ਹੈ, ਜਸਟਿਸ ਮਸੀਹ ਸਾਹਿਬ ਨੇ ਤੇ ਵਰਮਾ ਸਾਹਿਬ ਨੇ, ਕਿ ਬੈਂਚ ਜਿਹੜਾ ਹੈਗਾ ਇਹਨਾਂ ਛੁੱਟੀਆਂ ਦੇ ਵਿੱਚ ਉਹ ਜਿਹੜੀ ਰਿਪੋਰਟ ਹੈ ਅੰਡਰ ਕੁਐਸਚਨ ਹੈ, ਉਹਨੂੰ ਉਹ ਪੜਨਗੇ, ਗੋ ਥਰੂ ਹੋਣਗੇ, ਤੇ 26 ਨੂੰ ਪਤਾ ਲੱਗ ਰਿਹਾ ਹੈ ਕਿ ਉਮੀਦ ਕੀਤੀ ਜਾਂਦੀ ਹੈ ਕਿ ਜ਼ਰੂਰ ਉਸ ਫੋਕਸ ਜਿਹੜਾ ਹੈਗਾ ਸੁਣਵਾਈ ਦਾ ਉਸੇ ਰਿਪੋਰਟ ਦੇ ਉੱਤੇ ਹੋਏਗਾ ਜਿਵੇਂ 14 ਨੂੰ ਸੀ। ਤੁਸੀਂ ਉਸ ਦਿਨ ਪੇਸ਼ ਹੋਵੋਗੇ? ਬਿਲਕੁਲ ਹੋਵਾਂਗਾ, ਬਿਲਕੁਲ ਹੋਵਾਂਗਾ। ਜਿਸ ਚੀਜ਼ ਦੇ ਉੱਤੇ ਕੋਰਟ ਫੋਕਸ ਕਰ ਰਹੀ ਹੈ, ਬੈਂਚ ਫੋਕਸ ਕਰ ਰਹੀ ਹੈ ਰਿਪੋਰਟ ਦੇ ਉੱਤੇ, ਤੁਹਾਡਾ ਫੋਕਸ ਉਸ ਦਿਨ ਕੀ ਹੋਏਗਾ? ਮੇਰਾ ਫੋਕਸ ਉਹੀ ਹੋਏਗਾ, ਅਦਾਲਤ ਦੇ ਵਿੱਚ ਮੈਂ ਜਿਹੜਾ ਐਫੀਡੇਵਿਟ ਵੀ ਦਿਆਂਗਾ, ਉਹਦੇ ਚ ਕਹਾਂਗਾ ਰਿਪੋਰਟ ਤੁਸੀਂ ਖੋਲੋ, ਜ਼ਰੂਰ ਖੋਲੋ, ਤੜਲੇ ਦੇ ਨਾਲ ਖੋਲੋ, ਨਾ ਮੇਰੇ ਕਹਿਣ ਤੇ ਰੋਕੋ ਨਾ ਕਿਸੇ ਹੋਰ ਦੇ ਨਾਲ ਤੇ ਰੋਕੋ, ਪਰ ਨਾਲ ਤੁਸੀਂ ਇਹ ਵੇਖੋ ਕਿ ਜਿਹੜਾ ਪੰਜਾਬ ਦਾ ਡਰੱਗ ਹੈਗਾ, ਰੈਕਟ ਹੈਗਾ,
ਉਹਦੇ ਤੇ ਪੂਰੇ ਤੇ ਅਟੈਕ ਹੋਏ, ਪਾਰਸ਼ਲ ਅਟੈਕ ਨਾ ਹੋਏ, ਕੋਈ ਬੰਦਾ ਉਹਦੇ ਵਿੱਚੋਂ ਨਿਕਲ ਨਾ ਜਾਏ। ਉਹਦੇ 'ਚ ਰਿਪੋਰਟ ਤੁਸੀਂ ਪੜ੍ਹੋ, ਜ਼ਰੂਰ ਪੜ੍ਹੋ, ਪਰ ਉਹਦੇ 'ਚ ਜਿਹੜੀ ਕੋਈ ਮਦਦ ਲੈਣੀ ਹੈ, ਜੇ ਕੋਈ ਸੈਂਟਰਲ ਏਜੰਸੀਜ਼ ਤੋਂ ਇਨਪੁਟ ਲੈਣਾ ਹੈ, ਕਿ ਇਹ ਕੇਸਿਸ ਜਿਹੜੇ ਹੈਗੇ ਨੇ ਰੋਜ਼ ਨਹੀਂ ਆਉਂਦੇ ਹੈਗੇ ਜੀ। ਤੇ ਇਹ ਵਾਲੀ ਜੋ ਕੇਸ ਆਇਆ ਹੈਗਾ ਜਿਹੜਾ ਕਿ ਹੁਣ 2013 ਤੋਂ ਲੈ ਕੇ ਹੁਣੇ ਤੱਕ ਚੱਲ ਰਿਹਾ ਹੈਗਾ, ਮੇਰੀ ਜਸਟ ਬੇਨਤੀ ਅਦਾਲਤ ਨੂੰ ਇਹੀ ਹੋਏਗੀ ਕਿ ਹਰ ਕਾਗਜ਼ ਤੁਹਾਡੇ ਕੋਲ ਹੈਗਾ, ਤੁਹਾਡੇ ਕੋਲ ਕੰਪੀਟੈਂਸ ਹੈਗੀ ਹੈ, ਪਾਵਰ ਹੈਗਾ, ਕਾਨੂੰਨ ਹੈਗਾ, ਹਰ ਚੀਜ਼ ਤੁਹਾਡੇ ਹੱਕ 'ਚ ਹੈਗੀ ਹੈ। ਪਰ ਬੇਨਤੀ ਇੰਨੀ ਹੈਗੀ ਹੈ ਕਿ ਇੱਕ ਜਿਹੜਾ ਪੂਰਾ ਵਿਊ ਹੈਗਾ ਪੰਜਾਬ ਦਾ, ਹਰਿਆਣੇ ਦਾ, ਚੰਡੀਗੜ੍ਹ ਦਾ ਲੈ ਕੇ, ਜਿੰਨੇ ਸਮਗਲਰਸ ਹੈਗੇ ਨੇ, ਜਿੰਨੇ ਪੁਲਿਸ ਅਫਸਰ ਇਨਵੋਲਵ ਹੈਗੇ ਨੇ, ਜਿੰਨੇ ਪੋਲੀਟੀਸ਼ੀਅਨਸ ਹੈਗੇ ਨੇ ਇਨਵੋਲਵ ਇਹਦੇ 'ਚ, ਜਿੰਨੇ ਇਹਦੇ 'ਚ ਫਾਈਨੈਂਸਰਸ ਇਨਵੋਲਵ ਹੈਗੇ ਨੇ, ਸਾਰਿਆਂ ਨੂੰ ਇੱਕ ਸਰੀਕੇ ਦੇ ਨਾਲ ਇੱਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤੱਕ ਫਾਹਾ ਲਾਓ ਜੀ, ਫਾਹਾ ਲਾਓ। ਇੱਕ ਸਵਾਲ ਜਿਹੜਾ ਹੋਰ ਤੁਹਾਨੂੰ ਪੁੱਛਣਾ ਬਣਦਾ, ਪਬਲਿਕ ਦੀ ਕਚਹਿਰੀ ਹੈ ਇਹ, ਜਨਤਾ ਦੀ ਕਚਹਿਰੀ ਦੇ ਵਿੱਚ ਆਪਾਂ ਬੈਠੇ ਹਾਂ। 26 ਤਰੀਕ ਨੂੰ ਜਿਹੜੀ ਹੈਗੀ ਆ ਉਹ ਅਦਾਲਤ ਲੱਗਣੀ ਹੈ, ਜਿਹੜੀ ਕਾਨੂੰਨ ਦੀ ਕਚਹਿਰੀ ਹੈ ਉਹ ਲੱਗਣੀ ਹੈ। ਤੁਹਾਡੇ ਉੱਤੇ ਇੱਕ ਵੱਡਾ ਇਲਜ਼ਾਮ ਇਹ ਆਉਂਦਾ ਕਿ ਤੁਸੀਂ ਜ਼ਰੂਰ ਇਸ ਗੱਲ ਦੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਨਸ਼ਿਆਂ ਦਾ ਕੇਸ ਚੁੱਕਿਆ, ਤੁਸੀਂ ਔਨ ਡਿਊਟੀ ਸੀ ਜਦੋਂ, ਉਦੋਂ ਚੁੱਕਿਆ ਤੁਸੀਂ ਕੇਸ। ਖੈਰ ਇਹ ਵੀ ਨਹੀਂ ਕਿ ਤੁਸੀਂ ਜਦੋਂ ਲਾਂਭੇ ਹੋ ਗਏ ਉਦੋਂ ਤੁਸੀਂ, ਉਸ ਤੋਂ ਪਹਿਲਾਂ ਤੋਂ ਤੁਸੀਂ ਆਵਾਜ਼ ਚੁੱਕਦੇ ਆਏ ਹੋ, ਸਾਨੂੰ ਚੰਗੀ ਤਰ੍ਹਾਂ ਪਤਾ ਹੈ। ਈਵਨ ਕਿ ਮੈਂ ਇਸ ਗੱਲ ਦਾ ਵੀ ਗਵਾਹ ਹਾਂ ਕਿ ਜਦੋਂ ਕੁਝ ਸ਼ੱਕੀ ਵਿਅਕਤੀ ਤੁਹਾਨੂੰ ਕਿਡਨੈਪ ਜਾਂ ਤੁਹਾਨੂੰ ਕੋਈ ਨੁਕਸਾਨ ਪਹੁੰਚਾਉਣ ਤੁਹਾਡੇ ਘਰ ਦੇ ਵਿੱਚ ਆ ਗਏ ਸੀ, ਨਿੱਜੀ ਰਿਹਾਇਸ਼ ਦੇ ਉੱਤੇ ਚੰਡੀਗੜ੍ਹ 'ਚ, ਤਾਂ ਉਦੋਂ ਮੈਂ ਸਾਰਿਆਂ ਤੋਂ ਪਹਿਲੇ ਤੁਸੀਂ ਮੈਂ ਪਹੁੰਚਿਆ ਸੀ ਉੱਥੇ। ਖੈਰ ਉਹ ਮੈਂ ਆਪਣੀ ਬਤੌਰ ਪੱਤਰਕਾਰ ਡਿਊਟੀ ਕਰਨ ਪਹੁੰਚਿਆ ਸੀ। ਮਤਲਬ ਕਿ ਇਹੋ ਜਿਹੇ ਦਿਨ ਵੀ ਤੁਸੀਂ ਦੇਖੇ ਨੇ ਕਿ ਇੰਨਾ ਜ਼ਿਆਦਾ ਜਿਹੜਾ ਨਸ਼ਿਆਂ ਦਾ ਇਹ ਸਲਤਨਤ ਹੈ ਜਿਹੜੀ, ਇਹ ਇੰਨੀ ਜ਼ਿਆਦਾ ਪਾਵਰਫੁਲ ਹੈ ਕਿ ਤੁਹਾਨੂੰ ਇਹ ਦਾਅਵਾ ਕਰਨ ਦੇ ਬਾਵਜੂਦ ਕਿ ਤੁਹਾਨੂੰ ਉਹ ਨਸ਼ਾ ਸੁਦਾਗਰਾਂ ਦੇ ਨਾਮ ਪਤਾ ਨੇ 2007 ਵਾਲਿਆਂ ਦੇ, ਜਦੋਂ ਕਿ ਜੋ ਉਸ ਤੋਂ ਬਾਅਦ 2012 ਤੋਂ ਬਾਅਦ ਜਿਨ੍ਹਾਂ ਦੇ ਨਾਮ ਸ਼ਾਮਲ ਹੁੰਦੇ ਨੇ, ਈਡੀ ਜਿਨ੍ਹਾਂ ਤੋਂ ਪੁੱਛਗਿੱਛ ਕਰਦੀ ਹੈ, ਉਹ ਉਦੋਂ ਸਰਗਰਮ ਸਿਆਸਤ ਵਿੱਚ ਲੋਕ ਨਹੀਂ ਸਨ। ਆਪਾਂ ਬਿਕਰਮ ਮਜੀਠੀਆ ਦੀ ਸਿੱਧੇ ਤੌਰ ਤੇ ਗੱਲ ਕਰ ਰਹੇ ਹਾਂ। ਸੋ ਉਹਨਾਂ ਦੇ ਨਾਮ ਪਤਾ ਨੇ। ਉਹ ਤੁਸੀਂ ਕਿਹਾ ਕਿ ਲਿਸਟ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤੀ। ਉਹ ਲਿਸਟ ਜਦੋਂ ਕੋਰਟ ਨੇ ਤੁਹਾਡੇ ਤੋਂ ਮੰਗੀ, ਮੀਡੀਆ ਨੇ ਤੁਹਾਡੇ ਤੋਂ ਮੰਗੀ, ਤਾਂ ਤੁਹਾਨੂੰ ਹਿਚਕਿਚਾਹਟ, ਤੁਹਾਡੀ ਮਜਬੂਰੀਆਂ ਅਸੀਂ ਸਾਰੀਆਂ ਮਹਿਸੂਸ ਕੀਤੀਆਂ ਹੋਈਆਂ ਨੇ। ਮੇਰਾ ਸਵਾਲ ਇਹ ਹੈ ਕਿ ਕੀ ਨਸ਼ਿਆਂ ਦੇ ਇਹ ਸੌਦਾਗਰ ਜਿਹੜੇ ਨੇ, ਨਸ਼ਿਆਂ ਦੀ ਜੋ ਸਲਤਨਤ ਹੈ ਇੰਨੀ ਪਾਵਰਫੁਲ ਹੈ ਕਿ ਤੁਹਾਡੇ ਵਰਗੇ ਇੱਕ ਜਾਂਬਾਜ਼ IPS ਅਫਸਰ ਨੂੰ ਵੀ ਜਿਹੜਾ ਹੈਗਾ ਡਰਨਾ ਪੈ ਗਿਆ, ਜਾਂ ਉਹਨਾਂ ਨੂੰ ਵੀ ਜਿਹੜਾ ਹੈਗਾ ਆਪਣੇ ਸ਼ਬਦ ਵਾਪਸ ਲੈਣੇ ਪੈ ਗਏ? ਦੇਖੋ, ਮੈਨੂੰ ਸਿਰਫ 2 ਸੈਂਟੈਂਸ ਬੋਲਣ ਦਾ ਮੌਕਾ ਦਿਓ। 2007 ਤੋਂ ਲੈ ਕੇ ਮੇਰੇ ਉੱਤੇ ਸਰਕਾਰ ਸੀ, ਨਈ ਸਰਕਾਰ ਸੀ, ਲਗਾਤਾਰ ਅਟੈਕ ਹੋਏ ਜੀ। ਸਰਕਾਰਾਂ ਦੇ ਹੁੰਦੇ ਹੋਏ ਮੇਰੀ ਸਿਕਿਉਰਿਟੀ ਵਿਡਰਾਅ ਹੋਈ, ਮੇਰੇ ਪਰਿਵਾਰ ਨੂੰ ਧਮਕਾਇਆ ਗਿਆ। ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੇਰੇ ਖਿਲਾਫ ਕੇਸਿਸ ਖੜੇ ਹੋ ਗਏ ਸਨ। ਤੁਹਾਨੂੰ ਪਤਾ ਹੋਏਗਾ ਲੁਧਿਆਣੇ ਦੇ ਵਿੱਚ ਮੇਰੇ ਖਿਲਾਫ ਪੋਸਟਰ ਲਾ ਦਿੱਤੇ ਗਏ ਸਨ ਕਿ ਮੈਂ ਕਿਹਦੇ ਨਾਲ ਮਿਲਿਆ, ਖਾਲਿਸਤਾਨੀਆਂ ਦੇ ਨਾਲ ਮਿਲਿਆ ਹੈਗਾ, ਕੀ ਨਹੀਂ ਮਿਲਿਆ ਹੈਗਾ। ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਮੇਰੇ ਉੱਤੇ ਜਦੋਂ ਕੇਸ ਪਾਉਣ ਦੀ ਕੋਸ਼ਿਸ਼ ਹੋਈ, ਉਸ ਵੇਲੇ ਜੱਜ ਸਾਹਿਬ ਹੈਗੇ ਨੇ ਢੀਂਡਸਾ ਸਾਹਿਬ, ਉਹਨਾਂ ਦੀ ਅਦਾਲਤ ਦੇ ਵਿੱਚ ਮੈਂ ਪਾਇਆ ਸੀ ਕਿ ਬਲੈਂਕਟ ਬੇਲ ਲਈ, ਜਿਹੜਾ ਕਿ ਅਲਟੀਮੇਟਲੀ ਕੋਰਟ ਨੇ ਕਿਹਾ ਕਿ ਅਜੇ ਜਦੋਂ ਤੱਕ ਪਰਚਾ ਨਹੀਂ ਹੋ ਸਕਦਾ ਹੈ ਤੁਸੀਂ ਨਹੀਂ ਕਰ ਸਕਦੇ ਹੈਗੇ ਹੋ। ਉਹਦੇ ਬਾਅਦ ਸਰ ਦਵਿੰਦਰ ਸਾਹਿਬ ਇੱਕ ਵਕੀਲ ਹੈਗੇ ਨੇ, ਸਰਦਵਿੰਦਰ ਗੋਇਲ, ਉਹਨਾਂ ਦਾ ਉਹ ਜਿਹੜਾ ਹੈਗਾ ਲੁਧਿਆਣੇੋਂ ਕਿਸੇ ਬੰਦੇ ਨੇ ਪਟੀਸ਼ਨ ਪਾਈ ਕਿ ਸ਼ਸ਼ੀਕਾਂਤ ਨੂੰ ਸਾਰਾ ਅਰੈਸਟ ਕਰਨਾ ਚਾਹੀਦਾ ਹੈਗਾ, ਅਰੈਸਟ ਕਰਕੇ ਤਾਂ ਜੁਡੀਸ਼ੀਅਲ ਇੰਟਰੋਗੇਸ਼ਨ ਹੋਣਾ ਚਾਹੀਦਾ ਹੈਗਾ। ਔਰ ਇਹਦੇ ਇਲਾਵਾ ਲਗਾਤਾਰ ਮੇਰੇ ਤੇ ਮੇਰੇ ਪਰਿਵਾਰ ਦੇ ਉੱਤੇ ਜਿਹੜੇ ਹੈਗੇ ਨੇ, ਇਹ ਵਾਹਿਗੁਰੂ ਦੀ ਕਿਰਪਾ ਹੈਗੀ, ਮੈਂ ਜਿਉਂਦਾ ਹੈਗਾ। ਪਰ ਉਸ ਕੇਸ ਦਰਦ ਦੇ ਵਿਚਕਾਰੋਂ ਮੈਂ ਗੁਜ਼ਰਾ ਹੈਗਾ, ਆਪਣੇ ਲਈ ਨਹੀਂ, ਆਪਣੇ ਪਰਿਵਾਰ। ਬੰਦਾ ਆਪਣੀ ਚਿੰਤਾ ਨਹੀਂ ਕਰਦਾ, ਪਰਿਵਾਰ ਦੀ ਚਿੰਤਾ ਕਰਦਾ। 10 ਵਰੇ ਆਈ ਵਾਜ਼ ਰੈਡੀ ਕਿ ਜੇ ਮੈਨੂੰ ਇਸ ਤਰ੍ਹਾਂ ਦੇ ਕੋਈ ਹੈਰੈਸਮੈਂਟ ਜਿਹੜਾ ਕੰਟੀਨਿਊ ਚੱਲ ਰਿਹਾ ਹੁੰਦਾ ਹੈਗਾ, ਇਹਦੇ ਨਾਲ ਚੰਗਾ ਹੈਗਾ ਕਿ ਮੈਂ ਸੁਸਾਈਡ ਕਰ ਲਿਆ, ਮੈਂ ਪੋਇਜ਼ਨ ਲੈ ਲਿਆ, ਮੈਂ ਆਪਣੇ ਆਪ ਨੂੰ ਗੋਲੀ ਮਾਰ ਲਿਆ। 10 ਵਰੇ ਇਸ ਦਰਦ ਦੇ ਥੱਲੇ ਮੈਂ ਰਿਹਾ ਹੈਗਾ। ਔਰ ਹੁਣ ਵੀ ਰੋਜ਼ ਕਦੇ ਕਿਸੇ ਦਾ ਹੌਲਦਾਰ ਆ ਜਾਂਦਾ ਹੈਗਾ, ਕਦੇ ਕਿਸੇ ਦਾ ਕਾਂਸਟੇਬਲ ਆ ਜਾਂਦਾ ਹੈ, ਜੀ ਤੁਸੀਂ ਤੇ ਹੁਣ ਸੜਕਾਂ ਤੋਂ ਨਿਕਲਣਾ ਬੰਦ ਕਰ ਦਿਓ, ਤੁਹਾਡੀ ਸਿਕਿਉਰਿਟੀ ਅਸੀਂ ਨਹੀਂ ਵੇਖਾਂਗੇ। ਉਹ ਜਿਹੜੀ ਡਰਾਨ ਧਮਕਾਉਣ ਦੀ ਜਿਹੜੀ ਕਾਰਵਾਈ ਸੀ, ਜਿਹੜੀ 2007 ਤੋਂ ਸ਼ੁਰੂ ਹੋਈ ਹੈਗੀ ਹੈ, ਅੱਜ 2021 ਹੈਗਾ, ਚੱਲ ਰਿਹਾ ਹੈ। ਉਸ ਵੇਲੇ ਜੇ ਮੈਂ ਇਸ ਸਾਰੇ ਝਗੜਿਆਂ ਦੇ ਵਿਚਕਾਰ ਵੀ ਕੇ ਰਹਿੰਦੇ ਹੋਏ ਵੀ ਜੇ ਮੈਂ ਲਗਾਤਾਰ ਇੱਕ ਸਟੈਂਡ ਲੈਂਦਾ ਰਿਹਾ, ਤੁਸੀਂ ਸਮਝਦੇ ਹੁਣ ਜਦੋਂ ਹਾਲਾਤ ਰੱਬ ਦੀ ਮਿਹਰ ਹੈਗੀ, ਵਾਹਿਗੁਰੂ ਦੀ ਮਿਹਰ ਹੈਗੀ, ਮੇਰੇ ਫੇਵਰ 'ਚ ਹੈਗੇ ਨੇ, ਇਸ ਵੇਲੇ ਮੈਂ ਡਰਾਂਗਾ ਕਿਸੇ ਤੋਂ ਨਹੀਂ। ਇਸ ਵੇਲੇ ਡਰਨ ਤੋਂ ਬਜਾਏ ਮੈਂ ਹੋਰ ਨਿਡਰ ਹੋ ਕੇ ਕਹਿ ਰਿਹਾ ਹੈਗਾ ਕਿ ਜਿਸ ਤਰ੍ਹਾਂ ਮੈਂ ਕਿਹਾ, A ਤੋਂ ਲੈ ਕੇ Z ਤੱਕ ਜਿੰਨੇ ਡਰੱਗ ਸਮਗਲਰਸ ਹੈਗੇ ਨੇ, ਉਹਨਾਂ ਦੇ ਜਿਹੜੇ ਫਾਈਨੈਂਸਰਸ ਹੈਗੇ ਨੇ, ਜਿਹੜੇ ਪੁਲਿਸ ਵਾਲੇ ਇਨਵੋਲਵ ਹੈਗੇ ਨੇ, ਸਿਕਿਉਰਿਟੀ ਵਾਲੇ ਇਨਵੋਲਵ ਹੈਗੇ ਨੇ, ਪੋਲੀਟੀਸ਼ੀਅਨ ਹੈਗੇ ਨੇ, ਸਾਰਿਆਂ ਨੂੰ ਇੱਕ ਲਾਈਨ ਦੇ ਵਿੱਚ ਖੜੇ ਹੋ ਕੇ ਕੋਰਟ ਨੂੰ ਚਾਹੀਦਾ ਗੋਲੀ ਮਾਰ ਦੇ ਇਹਨਾਂ ਨੂੰ।
ਜੀ ਇਹ ਸਟੈਂਡ ਹੈਗਾ ਮੇਰਾ, ਨਾ ਕਿ ਇਹ ਸਟੈਂਡ ਹੈਗਾ ਕਿ ਤੁਸੀਂ ਸਿਰਫ ਇੱਕ ਪਾਸਾ ਦੇਖ ਲਓ ਜਾਂ ਦੂਜਾ ਪਾਸਾ ਦੇਖ ਲਓ। ਸਾਰੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ, ਇਨਵੋਲਵ ਹੈਗੇ ਨੇ, ਸਾਰਿਆਂ ਨੂੰ ਇੱਕ ਲਾਈਨ ਤੇ ਖੜਾ ਹੋ ਕੇ, ਜਿਹੜੇ ਕਿ ਪੰਜਾਬ ਦੇ ਦੁਸ਼ਮਣ ਹੈਗੇ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਜੈਨੋਸਾਈਡ ਕੀਤਾ ਹੈਗਾ, ਇਹ ਸਾਰੇ ਮਾਰੇ ਜਾਣੇ ਚਾਹੀਦੇ ਹੈਗੇ। ਮੇਰਾ ਇਹ ਹੈਗਾ। ਉਹਦੇ ਬਾਅਦ ਵੈਸਟਡ ਇੰਟਰਸਟ ਤੇ ਹੁੰਦੇ ਹੈਗੇ ਨੇ ਲੋਕੀ ਜਿਹੜੇ ਸਨ, ਵੱਡੇ ਵੱਡੇ ਭਗਤ ਸਿੰਘ ਸਨ ਪੰਜਾਬ ਦੇ। ਅੱਜ ਦੀ ਤਰੀਕ ਕਹਿੰਦੇ ਭਗਤ ਸਿੰਘ ਸਰਦਾਰ ਭਗਤ ਸਿੰਘ ਤੇ ਬਹੁਤ ਚੰਗੇ ਸੀ, ਪਰ ਮੇਰੇ ਘਰ ਚ ਨਾ ਪੈਦਾ ਹੋਏ, ਗੁਆਂਢ ਚ ਪੈਦਾ ਹੋ ਜਾਏ। ਮੈਨੂੰ ਦੱਸੋ ਕਿ 2007 ਤੋਂ ਲੈ ਕੇ 2021 ਤੱਕ ਪੰਜਾਬ ਦੇ ਵਿੱਚ 41 ਮਿਲੀਅਨ ਪੰਜਾਬੀ ਹੈਗੇ ਨੇ, ਦੁਨੀਆ ਦੇ ਵਿੱਚ 102 ਮਿਲੀਅਨ ਪੰਜਾਬੀ ਹੈਗੇ। ਕੋਈ ਪੰਜਾਬੀ ਮੇਰੇ ਨਾਲ ਖੜਾ ਹੋਇਆ? ਮੈਂ ਅਕੇਲਾ ਸੀ, ਅਕੇਲਾ ਹੈਗਾ, ਅਕੇਲਾ ਲੜਦਾ ਰਹਾਂਗਾ। ਮੈਨੂੰ ਕਿਸੇ ਦੀ ਚਿੰਤਾ ਨਹੀਂ ਹੈਗੀ ਹੈ, ਚਾਹੇ ਉਹ ਇਹ ਹੈਗਾ, ਚਾਹੇ ਬੀ ਹੈਗਾ, ਸੀ ਹੈਗਾ। ਮੇਰਾ ਸਿਰਫ ਉੱਤੇ ਵਾਹਿਗੁਰੂ ਦੀ ਗੱਲ ਕਰਨਾ ਹੈਗਾ, ਥੱਲੇ ਨੈਚੁਰਲੀ ਅਦਾਲਤ ਹੈਗੀ ਹੈ, ਉਹਦੇ ਸਾਹਮਣੇ ਜਿਹੜਾ ਵੀ ਕਹਿੰਦੇ ਹੈਗੇ ਨੇ ਸਿਰ ਮੱਥੇ ਤੇ। ਜੀ ਬਿਲਕੁਲ, ਜੋ ਅਸੀਂ ਮਹਿਸੂਸ ਕਰ ਪਾ ਰਹੇ ਹਾਂ ਉਹ ਇਹ ਹੈ ਕਿ ਨਸ਼ਿਆਂ ਦਾ ਨੈਕਸਸ ਕਹਿ ਲਓ ਜਾਂ ਨਸ਼ਿਆਂ ਦੀ ਸਲਤਨਤ ਕਹਿ ਲਓ, ਇੰਨੀ ਪਾਵਰਫੁਲ ਹੈ, ਇੰਨੀ ਰਸੂਖਦਾਰ ਹੈ ਕਿ ਉਹ ਇਕੱਲੇ ਕਾਰੇ ਬੰਦੇ ਦੀ ਪੇਸ਼ ਤੱਕ ਨਹੀਂ ਜਾਣ ਦਿੰਦੀ, ਜਿਹਦੀ ਕਿ ਆਪਾਂ ਨੂੰ ਥੋੜੀ ਬਹੁਤੀ ਜਿਹੜੀ ਹੈਗੀ ਹੈ ਮਿਸਾਲ ਸ਼ਸ਼ੀਕਾਂਤ ਉਹਨਾਂ ਦੇ ਰੂਪ ਚ ਮਿਲਦੀ ਹੈ। ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਦਰਸ਼ਕੋ। ਸ਼ਸ਼ੀਕਾਂਤ ਜੀ ਆਪਣੀ ਗੱਲ ਰੱਖ ਕੇ ਜਾਣਗੇ। ਜੀ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਹੈਗਾ, ਪੰਜਾਬ ਦੇ ਵਿੱਚ ਇੰਨੇ ਅਫਸਰ ਰਹੇ ਹੈਗੇ ਨੇ, ਜੇ ਤੁਸੀਂ ਸਮਝਦੇ ਹੋ ਡਰੱਗ ਲੌਬੀ ਇੰਨੀ ਸਟਰੋਂਗ ਨਹੀਂ ਹੈਗੀ ਹੈ, ਹੋਰ ਕੋਈ ਕਿਉਂ ਨਹੀਂ ਬੋਲਿਆ? ਡਰੱਗ ਲੌਬੀ ਦੇ ਜਿਹੜੇ ਇਨਫਲੂਐਂਸਿੰਗ ਬੰਦੇ ਹੈਗੇ ਨੇ, ਜਿਨ੍ਹਾਂ ਦੇ ਕੋਲ ਪੈਸਾ ਹੈਗਾ ਹੈ, ਚਾਹੇ ਕਿਸੇ ਵੀ ਤਰ੍ਹਾਂ ਦੇ ਹੈਗੇ ਨੇ, ਬੰਦਿਆਂ ਦੀ ਪੋਸਟਿੰਗ ਕਰਾਉਂਦੇ ਹੈਗੇ ਨੇ, ਉਹਨਾਂ ਦਾ ਟ੍ਰਾਂਸਫਰ ਕਰਾਉਂਦੇ ਹੈਗੇ ਨੇ। ਜਿੱਥੇ ਸਾਡੇ ਕਈ ਚੰਗੇ ਮੁਲਾਜ਼ਮ ਜਿਹੜੇ ਹੈਗੇ ਨੇ, ਮੈਂ ਚੰਗੇ ਕਹਿ ਰਿਹਾ ਵਿਦ ਇਨ ਕੋਰਸ, ਉਹਨਾਂ ਨੂੰ ਲਾਂਭਾ ਦਿੰਦੇ ਹੋਏ ਆਪਣੇ ਐਸਐਸਪੀ ਦਾ ਟ੍ਰਾਂਸਫਰ ਕਰਵਾ ਦਿੰਦੇ ਹੈਗੇ ਨੇ, ਕਿਉਂਕਿ ਉਹਨਾਂ ਦੇ ਐਸਐਸਪੀ ਨੇ ਕੋਸ਼ਿਸ਼ ਕੀਤੀ ਉੱਥੇ ਡਰੱਗ ਸਮਗਲਿੰਗ ਰੋਕਣ ਲਈ। ਇਹ ਤੇ ਹਾਲਤ ਹੈਗੇ ਨੇ ਸਾਡੇ ਆਪਣੇ ਪੰਜਾਬ ਦੇ। ਇਹਨੂੰ ਕੌਣ ਸਾਂਭ ਸਕਦਾ ਹੈ? ਮੈਂ ਕਿਸੇ ਵਾਹਿਗੁਰੂ ਸਾਂਭ ਸਕਦੇ ਹੈਗੇ। ਨੋਬਡੀ ਐਲਸ ਕੈਨ ਮੈਨੇਜ ਇਟ। ਜੀ ਬਹੁਤ ਸ਼ੁਕਰੀਆ ਸ਼ਸ਼ੀਕਾਂਤ ਜੀ, ਬਹੁਤ ਸ਼ੁਕਰੀਆ ਜੀ।